अस्सलामुअलैकुम वरहमतुल्लाहि वबरकातुहू। 7 ਸਤੰਬਰ 2025 ਫਰੈਂਕਫਰਟ ਜਰਮਨੀ ਦਾ ਇੱਕ ਇਲਾਕਾ ਜਿਹਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਚਿੱਟੇ ਚਿੱਟੇ ਘਰ ਜਿਹੜੇ ਨੇ ਉਹਨਾਂ ਨੂੰ ਉੱਤੇ ਤੋਂ ਉੱਤੇ ਚੁੱਕਦੇ ਜਾ ਰਹੇ ਨੇ। ਪਹਿਲੇ ਇੱਥੇ ਸਿਰਫ 2 ਫਲੋਰ ਸਨ ਤੇ ਫਰੈਂਕਫਰਟ ਵਗੈਰੇ ਸ਼ਹਿਰ ਦੇ ਵਿੱਚ ਜਿੱਥੇ ਆਬਾਦੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ, ਈਸਟ ਯੂਰਪ ਤੋਂ ਵੀ ਲੋਕ ਆ ਕੇ ਇੱਥੇ ਡੇਰੇ ਲਾ ਰਹੇ ਨੇ ਤੇ ਪਾਕਿਸਤਾਨ ਤੋਂ ਵੀ ਆ ਰਹੇ ਨੇ ਤੇ ਹੋਰਨਾਂ ਮੁਲਕਾਂ 'ਚ ਵੀ ਆ ਰਹੇ ਨੇ। ਇਹਨਾਂ ਘਰਾਂ ਦੇ ਉੱਤੇ ਗੌਰ ਕਰੋ ਤੇ ਇਹ ਪਹਿਲੇ 2 ਫਲੋਰ ਸਨ, ਇਹਨਾਂ ਨੇ ਉੱਤੇ ਛੱਤਾਂ ਲਾ ਕੇ ਤੇ ਉੱਤੇ ਇਹਨਾਂ ਨੂੰ 2-2 ਫਲੋਰ ਹੋਰ ਚੁੱਕ ਦਿੱਤਾ। ਇਲਾਕਾ ਜੇ ਐਕਨਹਾਈਮ ਦਾ। ਤੇ ਅੱਜ ਤੁਹਾਨੂੰ ਇਸ ਵੀਲਾਗ ਦੇ ਵਿੱਚ ਇੱਕ ਬੜੀ ਦਿਲਚਸਪ ਜਿਹੀ ਖਬਰ ਸੁਣਾਉਂਦੇ ਹਾਂ। ਤੁਸੀਂ ਸੁਣਦੇ ਰਹੇ ਹੋਵੋਗੇ ਕਾਫੀ ਅਰਸਾ ਤੋਂ ਕਿ ਇੱਕ ਗਾਣੇ ਦਾ ਮਿਸਰਾ ਹੈ ਕਿ ਰੋਲ ਤੇ ਗਏ ਆ ਪਰ ਚੱਸ ਬੜੀ ਆਈ ਹੈ। ਅੱਜ ਉਹ ਫਿਕਰਾ ਮੈਨੂੰ ਬਾਰ-ਬਾਰ ਯਾਦ ਆ ਰਿਹਾ ਕਿਉਂਕਿ ਅੱਜ ਵੀਲਾਗ ਵਾਸਤੇ ਨਵੀਂ ਮਾਲੂਮਾਤ ਵੀ ਆਈ ਹੈ ਤੇ ਦੋਸਤਾਂ ਦੇ ਨਾਲ ਸ਼ੇਅਰ ਕਰਨ 'ਚ ਮਜ਼ਾ ਵੀ ਆਏਗਾ। ਜਰਮਨੀ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਦੇ ਕਾਨੂੰਨ ਜਿਹੜੇ ਨੇ ਉਹ ਐਸੇ ਅਜੀਬੋ ਗਰੀਬ ਨੇ ਕਿ ਇਨਸਾਨ ਬਾਜ਼ ਔਕਾਤ ਉਹਨਾਂ ਨੂੰ ਗੌਰ ਕਰਦੇ ਅੱਧਾ ਪਾਗਲ ਹੋ ਜਾਂਦਾ ਹੈ ਕਿ ਕਾਨੂੰਨ ਬਣਾਇਆ ਕਿਉਂ ਗਿਆ, ਇਹਦਾ ਮਤਲਬ ਕੀ ਹੈ, ਇਹਦਾ ਫਾਇਦਾ ਇਹਦਾ ਨੁਕਸਾਨ ਕੀ ਹੈ। ਹੁਣ ਇਹ ਗੱਡੀ ਜਿਹੜੀ ਇਨਸਾਨ ਹਰ ਇੱਕ ਕੋਈ ਜਿਹਨੇ ਵੀ ਫਿਊਰਰਸ਼ਾਈਨ ਜੇ ਲਾਇਸੈਂਸ ਕੀਤਾ ਹੈ ਉਹ ਚਲਾਉਂਦਾ ਹੈ ਤੇ ਉਹਨੂੰ ਇਹਦੇ ਮੁਤਲਕ ਕਈ ਦਫਾ ਮੁਖਤਲਿਫ ਤਰ੍ਹਾਂ ਦੇ ਤਜਰਬੇ ਹੁੰਦੇ ਨੇ। ਹੁਣ ਮੈਨੂੰ ਜਿਹੜਾ ਹੋਇਆ ਮੈਂ ਆਖਿਆ ਚਲੋ ਦੋਸਤਾਂ ਦੇ ਨਾਲ ਉਹਨੂੰ ਸ਼ੇਅਰ ਕਰ ਦਈਏ ਤੇ ਨਾਲ ਜਿਹੜੇ ਇਹ ਨਜ਼ਾਰੇ ਨੇ ਸ਼ਹਿਰ ਦੇ ਉਹ ਵੀ ਦਿਖਾਈਏ। ਹੋਇਆ ਹੈ ਕਿ ਇੱਕ ਗੱਡੀ ਦੀ ਟੁੱਫ ਖਤਮ ਹੋ ਗਈ ਤੇ ਜਰਮਨੀ ਦੇ ਵਿੱਚ ਇਹ ਵੇ ਕਿ ਜਦੋਂ ਤੁਹਾਡੀ ਟੁੱਫ ਜਿਹਨੂੰ ਅਸੀਂ MOT ਜਾਂ ਸਿਕਿਉਰਿਟੀ ਚੈੱਕ ਕਹਿੰਦੇ ਨੇ ਮੁਖਤਲਿਫ ਮੁਲਕਾਂ 'ਚ, ਜਿਹਨੂੰ ਤੁਸੀਂ ਕਹਿ ਸਕਦੇ ਸੇਫਟੀ ਚੈੱਕ ਵੀ ਕਹਿ ਸਕਦੇ ਹੋ, ਇੱਥੇ ਕਾਨੂੰਨ ਹੈ ਕਿ ਜਿਹੜੀ ਪੁਰਾਣੀ ਗੱਡੀ ਹੈ ਉਹਨੂੰ ਤੁਸੀਂ 2 ਸਾਲ ਬਾਅਦ ਲੈ ਕੇ ਜਾਣਾ ਹੈ। ਉੱਥੇ ਅਦਾਰੇ 'ਚ ਮੁਖਤਲਿਫ ਨਾਮਾਂ ਦੇ ਅਦਾਰੇ ਬਣੇ ਨੇ ਜਿਨ੍ਹਾਂ ਨੂੰ ਗੌਰਮੈਂਟ ਨੇ ਲਾਇਸੈਂਸ ਦਿੱਤੇ ਨੇ ਕਿ ਉਹ ਗੱਡੀ ਨੂੰ ਚੈੱਕ ਕਰਕੇ ਚੰਗੀ ਤਰ੍ਹਾਂ ਠੋਕ ਵਜਾ ਕੇ ਟਾਇਰ ਤੇ ਉਹਦੀਆਂ ਜਿਹੜੇ ਟਾਇਰ ਬ੍ਰੇਕਾਂ ਤੇ ਉਹਦੀਆਂ ਜਿਹੜੀਆਂ ਬ੍ਰੇਕਾਂ ਵਾਲੀਆਂ ਪਾਈਪਾਂ ਹੁੰਦੀਆਂ ਨੇ, ਫਿਰ ਜਿਹੜਾ ਇੰਜਨ 'ਚੋਂ ਅਗਰ ਤੁਸੀਂ ਤੇਲ ਵਗ ਰਿਹਾ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਿਰਫ ਇਸ ਵਾਸਤੇ ਨਹੀਂ ਚੈੱਕ ਕਰਦੇ ਕਿ ਇਹ ਜਿਹੜਾ ਬੰਦਾ ਵੇ ਇਹਦੀ ਗੱਡੀ ਜਿਹੜੀ ਹੈ ਇਹ ਸਿਕਿਉਰ ਹੋਣੀ ਚਾਹੀਦੀ ਹੈ, ਬਲਕਿ ਇਸ ਵਾਸਤੇ ਵੀ ਚੈੱਕ ਕਰਦੇ ਨੇ ਕਿ ਜਿਹੜੀ ਸੜਕ ਦੇ ਉੱਤੇ ਗੱਡੀ ਚਲਾ ਰਿਹਾ ਬੰਦਾ ਇਹਦੇ ਨਾਲ ਦੂਜੇ ਜਿਹੜੇ ਚਲਾਉਣ ਨੇ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚ ਸਕਦਾ। ਅਚਾਨਕ ਟਾਇਰ ਫਟ ਜੇ ਜਾਂ ਅਚਾਨਕ ਬ੍ਰੇਕਾਂ ਕੰਮ ਛੱਡ ਜਾਣ ਜਾਂ ਕੋਈ ਹੋਰ। ਇਸ ਵਾਸਤੇ ਇੱਥੇ ਬੜੇ ਸਖਤ ਕਾਨੂੰਨ ਨੇ ਰੇਗਲੂ ਜਿਹਨੂੰ ਤੁਸੀਂ ਕਹਿੰਦੇ ਜੀ ਜੇ ਕੋਈ ਬੰਦਾ ਉਹਦਾ ਨਾ ਹਿਸਾਬ ਰੱਖੇ ਤੇ ਜੇ ਛੱਤੇ ਚੜ੍ਹ ਜੇ ਪੁਲਿਸ ਦੇ ਤੇ ਫਿਰ ਚੰਗਾ ਠਕਾ ਕੇ ਉਹਨੂੰ ਨਾ ਉਹਦੀ ਖੈਰ ਖਬਰ ਲੈਂਦੇ ਨੇ। ਤੇ ਇਹ ਗੱਡੀ ਮੇਰੀ ਦੀ ਟੁੱਫ ਖਤਮ ਹੋ ਗਈ ਤੇ ਮੈਂ ਗੌਰ ਨਹੀਂ ਕੀਤਾ, ਬਲਕਿ ਗੌਰ ਕੀਤਾ ਇਸ ਤਰ੍ਹਾਂ ਕਿ ਕਾਨੂੰਨ ਇਹ ਵੇ ਕਿ ਅਗਰ ਤੁਹਾਡੀ ਟੁੱਫ ਜਿਹੜੀ ਹੈ ਨਾ ਉਹ 3 ਮਹੀਨੇ ਉੱਤੇ ਚਲੀ ਜਾਵੇ ਖਤਮ ਹੋਣ ਦੇ ਬਾਅਦ, ਯਾਨੀ ਕਿ ਤਾਰੀਖ ਸੀਗੀ ਮਹੀਨਾ ਮਿਸਾਲ ਲਾ ਲਓ ਕਿ ਤੁਹਾਡਾ ਇਹ ਸਤੰਬਰ ਦਾ ਮਹੀਨਾ ਤੇ ਉੱਤੇ ਜਿਹੜੀ ਉਹਦੇ ਉੱਤੇ ਸਟੀਕਰ ਲੱਗਾ ਹੈ ਉਹਦੇ ਵਿੱਚ ਇੰਜ ਲਾਉਂਦੇ ਨੇ ਕਿ ਜਿਹੜਾ ਸਟਾਈਲ ਸਭ ਤੋਂ ਉੱਤੇ ਸਟਾਈਲ ਸਟੀਕਰ ਦੇ ਵਿੱਚ ਉਤਲੇ ਪਾਸੇ ਜਿਹੜੀ ਤਾਰੀਖ ਪੜ੍ਹੀ ਜਾ ਰਹੀ ਹੈ ਮਹੀਨੇ ਦੀ, ਉਹ ਮਹੀਨਾ ਜਿਹੜਾ ਉਹ ਵੈਲਿਡ ਹੈ ਤੇ ਉਹਦੇ ਦਰਮਿਆਨ ਦੇ ਵਿੱਚ ਜਿਹੜਾ ਲਿਖਿਆ ਹੁੰਦਾ ਸਟੀਕਰ ਦੇ ਉਹ ਈਅਰ ਹੁੰਦਾ ਤੇ ਉਹ ਅਗਰ ਤੁਹਾਡੀ ਸਤੰਬਰ 'ਚ ਖਤਮ ਹੋਈ ਹੈ ਤਾਂ ਅਕਤੂਬਰ ਨਵੰਬਰ ਦਸੰਬਰ ਤੱਕ ਉਹ ਸਬਰ ਕਰਨਗੇ ਉਹ ਬਗੈਰ ਤੁਹਾਨੂੰ ਜੁਰਮਾਨਾ ਠੋਕਿਓ ਬਗੈਰ ਕੋਈ। ਤਾਂ ਜੇ ਤੁਹਾਡੀ ਨਵੰਬਰ ਹੋ ਗਈ, ਸਤੰਬਰ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਤੁਹਾਨੂੰ ਮਾਮੂਲੀ ਜਿਹਾ ਟੀਕਾ ਲਾਉਣਗੇ ਅਗਰ ਉਹ ਚੈੱਕ ਹੋ ਗਿਆ ਸੜਕ ਤੇ ਚੱਲਦੇ ਆ 20-30 ਯੂਰੋ ਦਾ ਕਿ ਤੁਸੀਂ ਕਿਉਂ 4 ਮਹੀਨੇ 'ਚ ਨਹੀਂ ਵੇਖਿਆ ਕਿ ਬਈ ਇਹ ਤੁਹਾਡੀ ਟੁੱਫ ਖਤਮ ਹੋ ਗਈ। ਤੇ ਬੰਦੇ ਅਕਸਰ ਕੀ ਕਰਦੇ ਨੇ ਕਿ ਕਹਿੰਦੇ ਚਲੋ ਜਰਮਨ ਤੇ ਨਹੀਂ ਕਰਦੇ, ਜਰਮਨ ਤੇ ਨਾਲ ਹੀ ਲਵਾ ਲੈਂਦੇ ਨੇ। ਅੱਜ ਮੈਂ ਗਿਆ ਲਵਾਉਣ ਤੇ ਇੱਕ ਬੰਦਾ ਉੱਤੇ ਉਹਦਾ ਜੇ ਇਸ ਮਹੀਨੇ ਦੀ ਵੈਲਿਡ ਸੀ। ਸਾਡੇ ਗੈਰ ਮੁਲਕੀ ਆਂਦੇ ਯਾਰ ਚਲੋ 3 ਮਹੀਨੇ ਚਲਾਓ ਹੈਂਚ ਉੱਤੇ ਹੀ ਤੇ ਚੌਥੇ ਮਹੀਨੇ 'ਚ ਤੂੰ ਪਹਿਲਾਂ ਲਵਾ ਲਾਂਗੇ ਤਾਂ ਕਿ 3 ਮਹੀਨੇ ਤੁਹਾਨੂੰ ਤੋਹਫੇ 'ਚ ਮਿਲ ਜਾਣਗੇ। ਤੇ ਉਹ ਬਹਰਲ ਟੁੱਫ ਲਵਾਉਣ ਗਏ ਤੇ ਉਹਨੂੰ ਮੈਂ ਗਲਤੀ ਕੀਤੀ ਕਿ ਜਾਣਾ ਸੀ ਕੰਟਰੀ ਤੋਂ ਬਾਹਰ ਤੇ ਉਹ ਬੰਦੇ ਨੂੰ ਦੇ ਗਿਆ ਆਪਣੇ ਪਾਕਿਸਤਾਨੀ ਨੂੰ। ਮੈਂ ਕਿਹਾ ਯਾਰ ਆਪਣੇ ਬੰਦੇ ਥੋੜ੍ਹਾ ਬਹੁਤਾ ਲਿਹਾਜ਼ ਕਰਨਗੇ, ਉਹਨੂੰ ਦੇ ਕੇ ਮੈਂ ਕਿਹਾ ਯਾਰ ਵੇਖ ਕੇ ਟੁੱਫ ਨਾ ਤੇ ਲਾ ਦਿਓ ਤੇ ਜਿਹੜਾ ਕੋਈ ਕੰਮ ਹੋਇਆ ਮੈਨੂੰ ਦੱਸ ਦੇਣਾ, ਉੱਥੇ ਵਰਕਸ਼ਾਪ ਵਾਲਿਆਂ ਨੂੰ ਕਹਾਂਗੇ। ਉਹਨਾਂ ਜਨਾਬ ਮੈਨੂੰ ਕੋਈ ਦੱਸਿਆ ਕੋਈ ਨਾ, ਆਪਣੇ ਸਨ ਨਾ ਫਿਰ ਦੇਸੀ,
ਉਹਨਾਂ ਦੱਸਿਆ ਦੁਸਿਆ ਕੋਈ ਨਾ, ਉਹਨਾਂ ਜਨਾਬ ਚੁੱਪ ਕਰਕੇ ਤੇ ਉਹ ਲਿਸਟ ਬਣਾ ਕੇ ਕਿ ਬਈ ਇਹ ਕੰਮ ਹੋਣ ਵਾਲਾ ਹੈ ਗੱਡੀ ਦੇ ਵਿੱਚ, ਤੇ ਉਹਨਾਂ ਨੇ ਜਨਾਬ ਉਹ ਲਿਸਟ ਬਣਾ ਕੇ ਤੇ ਰੱਖ ਛੜੀ। ਮੈਂ ਵਾਪਸ ਆਇਆ, ਆ ਕੇ ਫੋਨ ਸ਼ੂਨ ਕੀਤਾ, ਮੈਂ ਆਖਿਆ ਯਾਰ ਉਹ ਗੱਡੀ ਜਿਹੜੀ ਨਾ ਉੱਥੇ ਖਲੋਤੀ ਜੇ ਵਰਕਸ਼ਾਪ ਦੇ ਵਿੱਚ, ਜਿੱਥੇ ਤੁਸੀਂ ਉਹ ਭੇਜਿਆ ਵੀ ਉਹਨੇ ਮੈਨੂੰ ਕਿ ਉਸ ਫਲਾਣ ਵਰਕਸ਼ਾਪ ਤੇ ਜਾਓ ਤੇ ਜਾ ਕੇ ਉੱਥੋਂ ਤੁਸੀਂ ਉਹ ਖਿਲਾਰ ਦਿਓ ਤੇ ਚਾਬੀ ਦੇ ਜਾਓ ਤੇ ਮੈਂ ਆਵਾਂਗਾ ਤੇ ਲਾ ਦਿਆਂਗਾ। ਉਹ ਜਨਾਬ ਉਹਨਾਂ ਲਾਈ ਲੂਈ ਤੇ ਜਿਹੜੀ ਲਾਈ ਉਹਨਾਂ ਕੋਲ ਉਹਦੇ ਲਿਸਟ ਬਣਾ ਕੇ ਠੁਕਾ ਕੇ ਦੇ ਦਿੱਤੀ ਨਾਲ। ਕਿਤੇ ਜੀ ਉਹ ਤੁਸੀਂ ਨਾ ਇੰਝ ਕਰੋ ਕਿ ਉਹ ਜਾ ਕੇ ਤੇ 160 ਯੂਰੋ ਜਿਹੜੇ ਨੇ ਮੇਰੇ ਫੀਸ ਜਿਹੜੀ ਚੈੱਕ ਕਰਨ ਦੀ, ਤੇ ਦੂਜੀ 20 ਯੂਰੋ ਵਰਕਸ਼ਾਪ ਵਾਲਿਆਂ ਨੂੰ ਵੀ ਦੇ ਦਿਓ ਤੋਹਫਾ, ਕਿਉਂਕਿ ਮੈਂ ਉਹਨਾਂ ਕੋਲ ਜਾ ਕੇ ਤੇ ਉਹਨਾਂ ਦਾ ਯੂਜ਼ ਕੀਤਾ ਸੀ ਉਹ ਜਿਹੜੇ ਉੱਤੇ ਚੜਾਉਣ ਵਾਲਾ, ਜਿਹਨੂੰ ਕੀ ਇਹਦਾ ਨਾਮ ਹੁੰਦਾ। ਮੈਂ ਕਿਹਾ ਯਾਰ ਉਹ ਕਿਸ ਚੱਕਰ ਦੇ ਵਿੱਚ 160 ਯੂਰੋ ਤੁਸੀਂ ਟੁੱਫ ਦੇ ਵੀ ਲੈ ਲੈਣੇ ਤੇ ਉੱਤੋਂ ਨਾਲ ਤੁਸੀਂ 20 ਯੂਰੋ ਵੀ ਕਹਿੰਦੇ ਜੀ ਉਹਨਾਂ ਦੇ ਵੀ ਦੇ ਦਿਓ। ਤੁਹਾਡਾ ਕੰਮ ਹੈ, ਤੁਸੀਂ ਜਾਂਦੇ ਹੋ ਟੁੱਫ ਲਵਾਉਣ ਵਾਸਤੇ, ਤੁਸੀਂ ਕਹਿੰਦੇ ਜੀ ਫਲਾਣੇ ਵਰਕਸ਼ਾਪ, ਤੇ ਉਹ ਤੁਹਾਨੂੰ ਚਾਹੀਦਾ ਕਿ ਉਹਨਾਂ ਦੇ ਨਾਲ ਰੈਗੂਲਰ ਕਰੋ। ਜਿਹੜਾ ਗਾਹਕ ਕਿ ਉਹਨੂੰ ਤਾਂ ਨਹੀਂ ਨਾ ਹੋਣਾ ਕਿ ਵੀ ਤੂੰ ਹੁਣ ਚੈੱਕ ਕਰਨ ਦੇ ਪੈਸੇ 20 ਯੂਰੋ ਉਹ ਵੀ ਦੇ ਦਿਓ ਤੇ 160 ਸਾਡੀ ਫੀਸ ਵੀ ਦੇ ਦਿਓ ਤੇ ਟੁੱਫ ਵੀ ਕੋਈ ਨਹੀਂ ਲੱਗੀ ਆ, ਐਡੀ ਵੱਡੀ ਲਿਸਟ ਬਣ ਗਈ। ਬਹਰਹਾਲ ਉਹ ਨੋਰਮਲ ਰੂਟੀਨ ਦੀ ਗੱਲ ਹੈ, ਇੰਜ ਹੋ ਸਕਦਾ। ਤੇ ਮੈਂ ਫਿਰ ਉਹ ਜਦੋਂ ਉਹ ਕਿਹਾ ਉਹ ਮਹੀਨੇ ਦੀ ਉਹਨਾਂ ਨੇ ਨਾਲ ਟਾਈਮ ਵੀ ਦੇ ਦਿੱਤਾ 4 ਹਫ਼ਤੇ ਦਾ, ਕਿ 4 ਹਫ਼ਤੇ ਦੇ ਵਿੱਚ ਜਿਹੜਾ ਨਾ ਜਰਾ ਮੈਂ ਹੋ ਗਿਆ ਮਸਰੂਫ ਆ ਕੇ, ਤੇ ਉਹ ਕੋਈ ਨਾ ਕਰਵਾ ਸਕਿਆ। ਮੈਂ ਈਜ਼ੀ ਲਿਆ, ਮੈਂ ਕਿਹਾ ਯਾਰ ਕੋਈ ਨਹੀਂ ਕਰਵਾ ਲਾਂਗੇ। ਉਹ ਜਦੋਂ ਕਰਵਾਈ ਆਪਣੇ ਜਿਹੜੀਆਂ ਬ੍ਰੇਕਾਂ ਸ਼ਰੇਕਾਂ ਪਵਾਈਆਂ ਇਹ ਉਹ ਸਾਰਾ ਕੁਝ ਕੀਤਾ, ਤੇ ਉਹ ਜੀ ਆਪਣਾ ਉਹਨਾਂ ਕਿਹਾ ਜੀ ਉੱਥੇ 4 ਹਫ਼ਤੇ ਲੰਘ ਗਏ ਨੇ, ਹੁਣ ਤੁਹਾਡੀ ਉਹ ਜਿਹੜੀ ਅਸੀਂ ਲਿਖ ਕੇ ਦਿੱਤੀ ਸੀ ਰਿਪੋਰਟ ਬਈ ਇਹ 4 ਹਫ਼ਤੇ, ਉਹ ਤੇ ਹੁਣ ਤੁਸੀਂ ਪੂਰੇ ਦੇ ਪੂਰੇ ਪੈਸੇ ਫੁੱਲ ਦੁਬਾਰਾ ਦੇਣੇ, ਯਾਨੀ ਕਿ ਜਿੰਨੀ ਫੀਸ ਪਹਿਲੀ ਸੀ 160। ਉਹ ਮੈਂ ਬੜਾ ਸੋਚੋ ਵਿਚਾਰ 'ਚ ਪਿਆ ਰਿਹਾ। ਫਿਰ ਮੈਂ ਆਖਿਆ ਇੱਕ ਦੋ ਕੋਲ ਗਿਆ ਟੋਫਾ, ਮੈਂ ਕਿਹਾ ਯਾਰ ਤੁਸੀਂ ਮਤਲਬ ਵੇਖਿਆ ਚੈੱਕ ਹੋਈ ਗੱਡੀ, ਸਾਰਾ ਕੁਝ ਚੀਜ਼ਾਂ ਨਵੀਆਂ ਪੈ ਗਈਆਂ ਨੇ। ਤੇ ਹੁਣ ਉਹ ਕਹਿੰਦੇ ਜੀ ਜਰਮਨ ਕਾਨੂੰਨ ਇਹ ਕਹਿੰਦਾ ਕਿ ਜਿਹੜੀ ਤਾਰੀਖ ਲੰਘ ਗਈ ਉਹਦੇ ਉੱਤੇ ਹੁਣ ਤੁਹਾਨੂੰ ਨਵੇਂ ਸਿਰੇ ਤੋਂ ਦੌੜ 'ਚ ਸ਼ਾਮਲ ਹੋਣਾ ਪਏਗਾ, ਅੱਧ ਦੇ ਵਿੱਚੋਂ ਜਾ ਕੇ ਤੁਹਾਨੂੰ ਨਵੇਂ ਪੈਸੇ ਬਹਰਹਾਲ ਮੈਂ ਫਿਰ ਉਹਨਾਂ ਦੇ ਸੈਂਟਰਾਲੇ ਦੇ ਵਿੱਚ ਫੋਨ ਕੀਤਾ, ਜਿਹੜੀ ਉਹ ਫਰਮ ਦਾ, ਉਹਨਾਂ ਨੂੰ ਜਦੋਂ ਪੁੱਛਿਆ ਤੇ ਉਹਨਾਂ ਮੈਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਨਾ, ਅਸਲ ਗੱਲ ਉਹ ਸੀ ਦੱਸਣ ਵਾਲੀ ਜਿਹਦੇ ਵਾਸਤੇ ਏਡੀ ਲੰਬੀ ਗੱਲ ਹੋ ਗਈ। ਉਹਨਾਂ ਕਿਹਾ ਜੀ ਜਦੋਂ ਤੁਹਾਡੀ ਗੱਡੀ ਦੀ ਚੈੱਕ ਹੁੰਦਾ ਤੇ ਉਹਦੇ ਵਿੱਚ ਇੱਕ ਹੁੰਦੀ ਏ ਇਹ ਟਾਇਰਾਂ ਸ਼ਹਿਰਾਂ ਦੀਆਂ ਬ੍ਰੇਕਾਂ ਬਰੂਕਾਂ ਦੀਆਂ, ਤੇ ਇਹ ਚੀਜ਼ਾਂ ਇੱਕ ਹੁੰਦੀ ਉਹਦੀ ਗੈਸ ਅਪਗਾਸ ਉਹਨੂੰ ਕਹਿੰਦੇ ਨੇ ਕਿ ਇਹਦਾ ਧੂੰਆਂ ਤੇ ਨਹੀਂ ਮਾਰਦੀ ਜਾਂ ਨੁਕਸਾਨ ਤੇ ਨਹੀਂ ਲੋਕਾਂ ਨੂੰ ਦਿੰਦੀ, ਫੇਫੜੇ ਛੇਪੜੇ ਤੇ ਨਹੀਂ ਖਰਾਬ ਕਰਦੀ। ਤੇ ਉਹ ਜਿਹੜੀ ਚੀਜ਼ ਹੈ ਉਹਦੇ ਕੇ ਬਿਊਰਨ ਜਿਹੜੇ ਨੇ ਉਹਦੀ ਜਿਹੜੀ ਫੀਸ ਹੈ ਉਹ ਤੇ ਨਾਰਮਲ ਦੁਬਾਰਾ ਉਹਨਾਂ ਨੂੰ ਨਹੀਂ ਲੈਣੀ ਚਾਹੀਦੀ। ਹਾਂ ਜਿਹੜੀਆਂ ਬਾਕੀ ਚੀਜ਼ਾਂ ਨੇ ਜਿਹੜੀਆਂ ਸਿਕਿਉਰਿਟੀ ਸੇਫਟੀ ਰਿਲੇਵੈਂਟ ਨੇ ਉਹਦੇ ਤੇ ਤੁਸੀਂ ਆਪਣਾ ਕਹਿ ਸਕਦੇ ਹੋ ਕਿ ਜੀ ਬਈ, ਤੇ ਇਹ ਪੂਰੀ ਫੀਸ ਨਹੀਂ ਉਹਨਾਂ ਨੂੰ ਲੈਣੀ ਚਾਹੀਦੀ। ਉਹਨਾਂ ਨੂੰ ਚਾਹੀਦਾ ਕਿ ਉਹ ਸਿਰਫ ਤਕਰੀਬਨ 100 ਯੂਰੋ ਜਿਹੜੇ ਨਾ 60 ਯੂਰੋ ਜਿਹੜੇ ਉਹ ਨਹੀਂ, ਉਹ ਮਤਲਬ ਕਿ ਗੈਸ ਚੈੱਕ ਦੇ ਜਿਹੜੀ ਉਹਨੂੰ ਉਹ ਨਹੀਂ, ਤੇ ਬਾਕੀ ਇਹ ਚੀਜ਼ ਐਸੀ ਇਨਫੋਰਮੇਸ਼ਨ ਮੇਰੇ ਦਿਲ 'ਚ ਮੈਨੂੰ ਜਦੋਂ ਪਤਾ ਲੱਗਾ ਮੈਂ ਕਿਹਾ ਯਾਰ ਦੋਸਤਾਂ ਨਾਲ ਵੀ ਸ਼ੇਅਰ ਕਰਦੀ ਹੈ, ਕਿਉਂਕਿ ਅਕਸਰ ਲੋਕਾਂ ਨਾਲ ਨਾ ਸਾਡੇ ਪਾਕਿਸਤਾਨੀ ਜਿਹੜੇ ਅਸੀਂ ਦੇਸੀ ਲੋਕ ਆ ਨਾ ਉਹ ਥੋੜਾ ਬਚਾਉਂਦੇ ਆ ਬਹੁਤਾ ਨੁਕਸਾਨ ਕਰ ਲੈਂਦੇ ਨੇ। ਉਹ ਜਿਵੇਂ ਹੁੰਦਾ ਨਾ ਰੋਲ ਤੇ ਗਏ ਆ ਪਰ ਚੱਸ ਬੜੀ ਆਈ, ਉਹ ਚੱਸ ਫਿਰ ਇਹੋ ਜਿਹੀ ਲੱਭਦੀ ਉਹਨਾਂ ਨੂੰ, ਇਹੋ ਜਿਹੀ ਠੀਕ ਹੈ। ਤੇ ਮੈਂ ਕਿਹਾ ਮੈਂ ਦੱਸ ਦੇਵਾਂ ਕਿ ਜਦੋਂ ਕੋਈ ਇਸ ਤਰ੍ਹਾਂ ਦੇ 4 ਹਫ਼ਤੇ ਲੰਘੇ ਹੋਣ ਨਾ ਤੁਹਾਡੀ ਬੇਰਿਸ਼ਟ ਨੂੰ ਉਹਨਾਂ ਨੇ ਪਹਿਲਾਂ ਉਹਨਾਂ ਨੇ ਚੈੱਕ ਕਰਨ ਦੇ ਬਾਅਦ, ਤੇ ਉਹਦੇ ਬਾਅਦ ਤੁਸੀਂ ਜਦੋਂ ਦੁਬਾਰਾ ਕਰਵਾ ਕੇ ਕਰੋਗੇ ਤਾਂ ਫਿਰ ਪੂਰੀ ਫੀਸ ਜਿਹੜੀ ਹੈ ਨਾ ਨਵੇਂ ਸਿਰੇ ਤੋਂ ਉਹ ਨਹੀਂ ਦੇਣੀ। ਜਿਹੜੀ ਉਹਦੀ ਹੈ ਨਾ ਅਬਗਾਸ ਜਿਹੜੀ ਗੈਸ ਚੈੱਕ ਜਿਹਨੀ ਮੈਂ ਦੇਖਿਆ ਧੂੰਏ ਸ਼ੋ, ਉਹ 2 ਮਹੀਨੇ ਵੈਲਿਡ ਹੈ, ਉਹ 4 ਹਫ਼ਤੇ ਨਹੀਂ ਹੈ, ਉਹ 2 ਮਹੀਨੇ ਤੁਹਾਡੀ ਵੈਲਿਡ ਹੈ। ਤੇ ਸਿਰਫ ਤੁਸੀਂ ਉਹਦਾ ਜਿਹੜੀਆਂ ਟਾਇਰਾਂ ਦਾ ਬ੍ਰੇਕਾਂ ਦਾ ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਉਹਦਾ ਤੁਸੀਂ 100 ਯੂਰੋ ਦੇਣਾ, 60 ਯੂਰੋ ਦੀ ਤੁਹਾਡੀ ਬਚਤ ਹੈ। ਤੇ ਬਾਕੀ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਜਿੰਨੀ ਜਲਦੀ ਕਰਵਾ ਲਓ, ਸੁਸਤੀਆਂ ਅਕਸਰ ਪਾਕਿਸਤਾਨੀਆਂ ਨੂੰ ਲੈ ਦੇ ਜਾਂਦੀਆਂ ਨੇ। ਓਕੇ ਜੀ, ਰੱਬ ਰੱਖਾ।